Dear students, Namaskar. My name is Dinesh Kumar. Today we will study a chapter Thinking Out of the Box, Lateral Thinking. What is the meaning of thinking out of the box? Dear students, thinking out of the box means thinking differently. To understand this concept, we will see a short video. Oh no! I'm lost! Where's the line? It's just really? Then what do I do? Help! We'll be stuck here forever! Do not panic! Do not panic! We are trained professionals! Now stay calm! We are going around the leaf! Around the leaf? I don't think we can do that. Oh, nonsense! This is nothing compared to the twig of 93. That's it, that's it. Good! You're doing great! There you go! There you go! Watch my eyes, don't look away. And here's the line again. Thank you, Mr. Sawyer. Good job, ਮੇਰੇ ਵਿਦਿਆਰਥੀਓ, everybody! ਤੁਸੀਂ ਇਸ ਵੀਡੀਓ ਦੇ ਵਿੱਚ ਵੇਖਿਆ ਕਿ ਇੱਕ ਕੀੜੀਆਂ ਵਰਗੇ ਜੀਵ ਜਿਹੜੇ ਕਿ ਹਮੇਸ਼ਾ ਇੱਕ ਲਾਈਨ ਦੇ ਵਿੱਚ ਹੀ ਤੁਰਨ ਦੇ ਆਦੀ ਨੇ, ਉਹਨਾਂ ਦੀ ਪਰੰਪਰਾ ਹੈ ਕਿ ਉਹ ਇੱਕ ਲਾਈਨ ਦੇ ਵਿੱਚ ਹੀ ਤੁਰਦੇ ਨੇ। ਉਹਨਾਂ ਨੂੰ ਇੱਕ ਸਮੱਸਿਆ ਆ ਗਈ। ਅਚਾਨਕ ਇੱਕ ਦਰਖਤ ਤੋਂ ਪੱਤਾ ਡਿੱਗ ਪਿਆ। ਆਪਣੇ ਵਾਸਤੇ ਪੱਤਾ ਇੱਕ ਛੋਟੀ ਜਿਹੀ ਚੀਜ਼ ਹੈ, ਪਰ ਇਹਨਾਂ ਜੀਵਾਂ ਵਾਸਤੇ ਜਿਹੜੇ ਕੀੜੀ ਵਰਗੇ ਜੀਵ ਨੇ ਜਾਂ ਉਸ ਤੋਂ ਵੀ ਛੋਟੇ ਨੇ, ਉਹਨਾਂ ਵਾਸਤੇ ਤਾਂ ਇਹ ਪਹਾੜਨੁਮਾ ਰੁਕਾਵਟ ਸੀ। ਸਾਰੀਆਂ ਕੀੜੀਆਂ ਰੋਣ ਲੱਗ ਪਈਆਂ, ਚੀਕਾਂ ਮਾਰਨ ਲੱਗ ਗਈਆਂ। ਹੁਣ ਆਪਾਂ ਆਪਦੀ ਖੋਡੇ 'ਚ ਕਿਵੇਂ ਜਾਵਾਂਗੇ, ਆਪਦੇ ਬੱਚਿਆਂ ਤੱਕ ਕਿਵੇਂ ਪਹੁੰਚਾਂਗੀਆਂ, ਉਹਨਾਂ ਨੂੰ ਖਾਣਾ ਕਿਵੇਂ ਦੇਵਾਂਗੀਆਂ, ਬੜੀਆਂ ਸਮੱਸਿਆਵਾਂ ਤੇ ਚੀਕਾਂ ਮਾਰਨ ਲੱਗ ਪਈਆਂ। ਉਹਨਾਂ ਕੀੜੀਆਂ ਨੁਮਾ ਜੀਵਾਂ ਦੇ ਵਿੱਚੋਂ ਹੀ ਇੱਕ ਜੀਵ ਕਹਿੰਦਾ ਕਿ ਘਬਰਾਓ ਨਾ, ਕੁਛ ਨਹੀਂ ਹੁੰਦਾ, ਮੈਂ ਤੁਹਾਨੂੰ ਨਵਾਂ ਢੰਗ ਦੱਸਦਾ। ਤੁਸੀਂ ਐਂ ਕਰੋ, ਇਸ ਲੀਫ, ਇਸ ਪੱਤੇ ਦੇ ਰਾਉਂਡ ਤੁਰੋ, ਇਸ ਪੱਤੇ ਦੇ ਨਾਲ ਗੁਲਾਈ ਦੇ ਵਿੱਚ ਤੁਰੋ। ਉਹਨਾਂ ਨੂੰ ਯਕੀਨ ਨਾ ਹੋਇਆ ਬਾਕੀ ਕੀੜੀਆਂ ਨੂੰ। ਉਹ ਕਹਿੰਦੀਆਂ ਇਹ ਹੋ ਹੀ ਨਹੀਂ ਸਕਦਾ। ਉਹ ਕਹਿੰਦੇ ਹੋ ਸਕਦਾ, ਇੱਕ ਵਾਰੀ ਮੇਰੇ ਨਾਲ ਤੁਰੋ ਤਾਂ ਸਹੀ। ਤਾਂ ਜਦੋਂ ਉਹ ਕੀੜੀਆਂ ਜਿਹੜੀਆਂ ਲਾਈਨ 'ਚ ਹੈਗੀਆਂ, ਉਹ ਉਸ ਕੀੜੀ ਦੇ ਮੁਤਾਬਕ ਕੰਮ ਕਰਦੀਆਂ, ਜਿਹਦੀ ਥਿੰਕਿੰਗ ਜਿਹੜੀ ਹੈਗੀ ਆ ਆਊਟ ਆਫ ਬਾਕਸ ਹੈ, ਤਾਂ ਉਹ ਪੱਤੇ ਦੇ ਆਲੇ ਦੁਆਲੇ ਗੁਲਾਈ ਦੇ ਵਿੱਚ ਘੁੰਮਦੀਆਂ ਹੋਈਆਂ ਆਪਦੇ ਘਰ ਵੱਲ ਚਲੀਆਂ ਜਾਂਦੀਆਂ। ਤਾਂ ਅਸੀਂ ਦੇਖਿਆ ਕਿ ਉਹਨਾਂ ਦੀ ਸਮੱਸਿਆ ਪਰੰਪਰਾ ਦੇ ਮੁਤਾਬਕ, ਜਿਹੜੀ ਉਹਨਾਂ ਦੀ ਪਰੰਪਰਾ ਸੀ ਲਾਈਨ ਦੇ ਵਿੱਚ ਤੁਰਨ ਵਾਲੀ, ਉਹਦੇ ਮੁਤਾਬਕ ਉਹਨਾਂ ਦੀ ਸਮੱਸਿਆ ਹੱਲ ਨਹੀਂ ਹੋ ਸਕਦੀ ਸੀ। ਹੱਲ ਕਿਵੇਂ ਹੋ ਸਕਦੀ ਸੀ? ਇੱਕ ਨਵੇਕਲੇ ਢੰਗ ਨਾਲ, ਇੱਕ ਇਹੋ ਜਿਹੀ ਸੋਚ ਨਾਲ ਜਿਹੜੀ ਬਾਕਸ ਦੀ ਨਾ ਹੋਵੇ, ਬਲਕਿ ਬਾਕਸ ਤੋਂ ਬਾਹਰ ਦੀ ਹੋਵੇ, ਯਾਨੀ ਕਿ ਥਿੰਕਿੰਗ ਆਊਟ ਆਫ ਅ ਬਾਕਸ। ਪਿਆਰੇ ਵਿਦਿਆਰਥੀਓ, ਤੁਹਾਡੇ ਇੰਟਰਸਟ ਨੂੰ ਦੇਖਦਿਆਂ ਹੋਇਆਂ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਵੀਡੀਓ ਹੋਰ ਦਿਖਾਉਣ ਲੱਗਿਆ। ਦੇਖਦੇ ਹਾਂ। ਪਿਆਰੇ ਵਿਦਿਆਰਥੀਓ, ਤੁਸੀਂ ਦੇਖਿਆ ਨਾ ਵੀ ਜਿਹੜੀ ਇੱਕ ਬਿੱਲੀ ਹੈ, ਉਹ ਇੱਕ ਭੀੜੇ ਥਾਂ ਦੇ ਵਿੱਚ ਦੀ ਵਾਰ-ਵਾਰ ਆਪਦੀ ਕੋਸ਼ਿਸ਼ ਨਾਲ ਲੰਘ ਰਹੀ ਹੈ, ਤੇ ਜਦੋਂ ਉਹ ਥਾਂ ਇੰਨਾ ਭੀੜਾ ਹੋ ਜਾਂਦਾ, ਉੱਥੋਂ ਦੀ ਬਿੱਲੀ ਨਹੀਂ ਲੰਘ ਸਕਦੀ, ਤਾਂ ਉਹ ਸੋਚਾਂ 'ਚ ਪੈ ਜਾਂਦੀ ਹੈ। ਤੇ ਜਿਹੜੀ ਸੋਚ ਆਮ ਬਿੱਲੀਆਂ ਦੀ ਹੁੰਦੀ ਹੈ, ਉਸ ਤੋਂ ਇਸ ਬਿੱਲੀ ਦੀ ਸੋਚ ਵੱਖਰੀ ਸਾਬਤ ਹੁੰਦੀ ਹੈ। ਉਹ ਕੀ ਕਰਦੀ ਹੈ? ਆਪਦੀ એનર્ਜੀ ਨੂੰ ਇਕੱਠਾ ਕਰਦੀ ਹੈ ਤੇ ਇੱਕਦਮ ਛਾਲ ਮਾਰਦੀ ਹੈ ਦਰਵਾਜ਼ੇ ਦੇ ਉੱਤੇ, ਤੇ ਗੇਟ ਪਾਰ ਕਰਕੇ ਚਲੀ ਜਾਂਦੀ ਹੈ ਤੇ ਆਪਦਾ ਜਿਹੜਾ ਮਕਸਦ ਹੈ ਉਹ ਪੂਰਾ ਕਰ ਲੈਂਦੀ ਹੈ। ਤਾਂ ਆਪਾਂ ਦੇਖਿਆ ਕਿ ਜਦੋਂ ਕੋਈ ਵਿਅਕਤੀ ਆਪਦੀ ਸੋਚ ਦੂਜੇ ਸਾਰੇ ਵਿਅਕਤੀਆਂ ਤੋਂ ਵੱਖਰੀ ਬਣਾ ਲੈਂਦਾ, ਉਹਨੂੰ ਥਿੰਕਿੰਗ ਆਊਟ ਆਫ ਬਾਕਸ ਕਹਿੰਦੇ। ਤਾਂ ਪਿਆਰੇ ਵਿਦਿਆਰਥੀਓ, ਕੱਲੀ ਇਸ ਦੀ ਗੱਲ ਨਹੀਂ ਹੈਗੀ ਬਿੱਲੀ ਦੀ, ਕੀੜੀ ਦੀ। ਆਪਾਂ ਮਨੁੱਖੀ ਜੀਵਨ ਦੇ ਵਿੱਚ ਅਨੇਕਾਂ ਉਦਾਹਰਨਾਂ ਦੇਖ ਸਕਦੇ ਹਾਂ।
ਜਿਸ ਵਿਅਕਤੀ ਨੇ ਪਹਿਲੀ ਵਾਰ ਰੇਲ ਗੱਡੀ ਦੀ ਕਲਪਨਾ ਕੀਤੀ ਕਿ ਭਾਈ ਐਡਾ ਵੱਡਾ ਸਾਰਾ ਲੋਹੇ ਦਾ ਡੱਬਾ ਲਾਈਨ ਦੇ ਉੱਤੇ ਐ ਤੁਰੂਗਾ, ਲੋਕ ਉਹਦੇ 'ਚ ਬੈਠਣਗੇ, ਸਮਾਨ ਉਹਦੇ 'ਚ ਲੱਦਿਆ ਜਾਊਗਾ ਤੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਊਗਾ, ਇੱਥੋਂ ਤੱਕ ਕਿ ਉਹ 100 ਕਿਲੋਮੀਟਰ 200 ਕਿਲੋਮੀਟਰ ਵੀ ਚਲਾ ਜਾਊਗਾ। ਜਦੋਂ ਇਹ ਗੱਲ ਕਿਸੇ ਨੇ ਸੁਣੀ ਹੋਊਗੀ ਤਾਂ ਉਹਨੇ ਤਾਂ ਕਹਿਦਾ ਹੁਣ ਵੀ ਰੇਲ ਗੱਡੀ ਦੀ ਕਲਪਨਾ ਕਰਨ ਵਾਲਾ ਜਿਹੜਾ ਬੰਦਾ ਇਹ ਤਾਂ ਪਾਗਲ ਹੈ। ਪਰ ਰੇਲ ਗੱਡੀ ਆਪਾਂ ਅੱਜ ਵੇਖ ਸਕਦੇ ਹਾਂ। ਉਸ ਵਿਅਕਤੀ ਦੀ ਸੋਚ ਜਿਹਨੇ ਰੇਲ ਗੱਡੀ ਦੀ ਕਲਪਨਾ ਪਹਿਲੀ ਵਾਰੀ ਕੀਤੀ, ਉਹਦੀ ਜਿਹੜੀ ਸੋਚ ਹੈ ਉਹ ਕਿਹੜੀ ਹੈ? ਵੱਖਰੀ। ਉਹਦੀ ਸੋਚ ਸਮਾਜ ਤੋਂ ਕਿਹੜੀ ਹੈ? ਹਟ ਕੇ ਹੈ। ਇਸ ਕਰਕੇ ਉਹਦੀ ਸੋਚ ਕਿਹੜੀ ਸੀਗੀ? ਥਿੰਕਿੰਗ ਆਊਟ ਆਫ ਦਾ ਬਾਕਸ। ਇਸੇ ਤਰ੍ਹਾਂ ਹੀ ਕਿਸੇ ਨੇ ਬਲਬ ਬਣਾਉਣ ਦੀ ਕਲਪਨਾ ਕੀਤੀ ਵੀ ਐ ਰੋਸ਼ਨੀ ਹੋ ਜਾਊਗੀ। ਉਦੋਂ ਪਹਿਲਾਂ ਤਾਂ ਸਾਰੇ ਦੀਵੇ ਤੇ ਹੀ ਕੰਮ ਕਰਦੇ ਸੀ। ਹੁਣ ਬਲਬ ਬਣਾਉਣ ਵਾਲਾ ਜਿਹੜਾ ਹੈਗਾ ਉਹਦੀ ਕਿਹੜੀ ਸੋਚ ਹੈ? ਥਿੰਕਿੰਗ ਆਊਟ ਆਫ ਬਾਕਸ। ਇਸੇ ਢੰਗ ਨਾਲ ਹੀ ਜਿਹਨੇ ਰੇਡੀਓ ਬਣਾਇਆ, ਜਿਹਨੇ ਟੈਲੀਵਿਜ਼ਨ ਬਣਾਇਆ, ਜਿਹਨੇ ਕੰਪਿਊਟਰ ਬਣਾਇਆ, ਜਿਹਨੇ ਮੋਬਾਈਲ ਬਣਾਇਆ, ਇਹ ਸਾਰਿਆਂ ਦੀ ਸੋਚ ਕਿਹੜੀ ਹੈ? ਥਿੰਕਿੰਗ ਆਊਟ ਆਫ ਬਾਕਸ ਵਾਲੀ। ਤੁਸੀਂ ਕਹੋਗੇ ਜੀ ਇਹ ਤਾਂ ਪਹਿਲਾਂ ਦੀਆਂ ਗੱਲਾਂ, ਮੈਂ ਹੁਣ ਦੀ ਕਰ ਲੈਣਾ। ਆਉਣ ਵਾਲੇ ਸਮੇਂ ਵੀ ਕੁਝ ਖੋਜਾਂ ਹੋਣਗੀਆਂ, ਉਹ ਕਿਹਦੇ ਕਰਕੇ ਹੋਣਗੀਆਂ? ਵੱਖਰੀ ਸੋਚ ਵਾਲਿਆਂ ਕਰਕੇ, ਥਿੰਕਿੰਗ ਆਊਟ ਆਫ ਦਾ ਬਾਕਸ ਕਰਕੇ। ਮੈਂ ਛੋਟੀ ਜਿਹੀ ਉਦਾਹਰਨ ਦਿੰਦਾ। ਮੈਡੀਕਲ ਲਾਈਨ ਦੇ ਵਿੱਚ ਮੋਬਾਈਲ ਰਾਹੀਂ ਇਹੋ ਜਿਹੀ ਐਪਲੀਕੇਸ਼ਨ ਦੀ ਵਰਤੋਂ ਕੀਤੀ ਜਾ ਸਕਦੀ ਹੈ ਜਿਹਦੇ ਨਾਲ ਕੀ ਹੋਏਗਾ ਕਿ ਡਾਕਟਰ ਕੋਲ ਮੋਬਾਈਲ ਹੋਏਗਾ, ਉਹਨੇ ਆਪਦੇ ਪੇਸ਼ੈਂਟ ਦੇ ਮੋਬਾਈਲ ਇਸ ਤਰ੍ਹਾਂ ਲਗਾ ਲੈਣਾ ਤੇ ਜਦੋਂ ਲਗਾ ਕੇ ਤੇ ਉਹਨੇ ਉਹਦੇ ਅੰਦਰ ਦੇ ਸਰੀਰ ਨੂੰ ਸਾਰੇ ਨੂੰ ਵੇਖ ਲੈਣਾ ਵੀ ਉਹਦੀ ਦਿਲ ਦੀ ਧੜਕਣ ਕਿਹੋ ਜਿਹੀ ਚੱਲ ਰਹੀ ਹੈ, ਉਹਦੇ ਪਿੱਤੇ 'ਚ ਪੱਥਰੀ ਹੈਗੀ ਹੈ ਜਾਂ ਨਹੀਂ ਹੈਗੀ, ਉਹਦੀਆਂ ਆਂਤੜੀਆਂ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ, ਉਹਨੂੰ ਕੋਈ ਰਸੌਲੀ ਤਾਂ ਨਹੀਂ। ਉਹ ਸਾਰਾ ਕੁਝ ਇੱਕ ਮੋਬਾਈਲ ਤੋਂ ਹੀ ਸਕੈਨ ਕਰਕੇ ਦੇਖ ਸਕਦਾ ਹੈ। ਹੈਰਾਨ ਹੋ ਗਏ ਨਾ ਭਾਈ? ਇਹ ਸੋਚ ਵੀ ਤਾਂ ਥਿੰਕਿੰਗ ਆਊਟ ਆਫ ਦਾ ਬਾਕਸ ਹੈ। ਅੱਜ ਇਹ ਨਹੀਂ ਹੋ ਪਾ ਰਿਹਾ ਹਾਲੇ, ਤੇ ਜਦੋਂ ਇਹ ਹੋ ਜਾਊਗਾ ਤੇ ਆਪਾਂ ਨੂੰ ਸਾਰਿਆਂ ਨੂੰ ਬਹੁਤ ਲਾਭ ਵੀ ਹੋਊਗਾ। ਪਰ ਅੱਜ ਇਹ ਸੋਚ ਕਿਹੜੀ ਹੈ? ਇਹ ਸੋਚ ਹੈਗੀ ਹੈ ਥਿੰਕਿੰਗ ਆਊਟ ਆਫ ਦਾ ਬਾਕਸ। ਇਸੇ ਤਰ੍ਹਾਂ ਹੀ ਹੁਣ ਜਦੋਂ ਐਕਸੀਡੈਂਟ ਹੁੰਦਾ ਹੈ, ਕਿਸੇ ਦੀਆਂ ਹੱਡੀਆਂ ਟੁੱਟ ਜਾਂਦੀਆਂ ਨੇ ਤੇ ਉਹਦਾ 2-2 ਸਾਲ ਠੀਕ ਨਹੀਂ ਹੁੰਦਾ, ਪਰ ਇਹੋ ਜਿਹੀ ਦਵਾਈ ਵੀ ਬਣਾਈ ਜਾ ਸਕਦੀ ਹੈ ਜਿਵੇਂ ਫੈਵਿਸਟਿਕ ਹੁੰਦੀ ਹੈ। ਫੈਵਿਸਟਿਕ ਨਾਲ ਕੀ ਕਰਦੇ ਆ ਆਪਾਂ? ਕੋਈ ਵੀ ਪਲਾਸਟਿਕ ਦੀਆਂ ਦੋ ਚੀਜ਼ਾਂ ਨੂੰ ਆਪਸ ਵਿੱਚ ਮਿੰਟ 'ਚ ਜੋੜ ਦਿੰਦੇ ਤੇ ਇਹੋ ਜਿਹੀ ਦਵਾਈ ਵੀ ਬਣਾਈ ਜਾ ਸਕਦੀ ਹੈ ਕਿ ਜਿਹੜੇ ਵਿਅਕਤੀ ਦੀ ਕੋਈ ਹੱਡੀ ਟੁੱਟੀ ਹੈ, ਉਹ ਹੱਡੀ ਦੇ ਦੋਨੋਂ ਹਿੱਸਿਆਂ ਨੂੰ ਉਸ ਦਵਾਈ ਦੀ ਮਦਦ ਨਾਲ ਇੱਕ ਦੂਜੇ 'ਚ ਜੋੜ ਦੇਵੇ ਤੇ ਬੰਦਾ ਤੁਰੰਤ ਹੀ ਸਹੀ ਹੋ ਜੇ ਤੇ ਤੁਰ ਪਏ। ਇਹ ਹੋ ਸਕਦਾ। ਇਸੇ ਤਰ੍ਹਾਂ ਕਿਸੇ ਦੇ ਚਾਕੂ ਵੱਜ ਗਿਆ ਤੇ ਉਹਦਾ ਉੱਥੋਂ ਮਾਸ ਜਿਹੜਾ ਹੈਗਾ ਉਹ ਥੋੜਾ ਜਿਹਾ ਲੈ ਗਿਆ ਤੇ ਖੂਨ ਬੰਦ ਨਹੀਂ ਹੁੰਦਾ, ਤੇ ਕੋਈ ਨਾ ਕੋਈ ਐਮਸੀਲ ਵਰਗਾ ਮਾਸ ਹੀ ਮਿਲ ਸਕਦਾ ਮਾਰਕੀਟ ਚੋਂ, ਤੇ ਉਹ ਉੱਥੇ ਜਿੱਥੇ ਜ਼ਖਮ ਹੋਇਆ ਉੱਥੇ ਲਾ ਦੋ ਤੇ ਜ਼ਖਮ ਜਿਹੜਾ ਹੈਗਾ ਉਹ ਤੁਰੰਤ ਹੀ ਠੀਕ। ਕੋਈ ਪੱਟੀ ਦੀ ਲੋੜ ਨਹੀਂ ਤੇ ਨਾ ਹੀ ਜਿਹੜਾ ਹੈਗਾ ਬੜੇ ਦਿਨਾਂ ਦੀ ਲੋੜ ਹੈ। ਇਹ ਬਣ ਸਕਦਾ ਹੈ। ਇਹ ਕਿਹੜੀ ਸੋਚ ਹੈ? ਥਿੰਕਿੰਗ ਆਊਟ ਆਫ ਦਾ ਬਾਕਸ ਵਾਲੀ। ਪਿਆਰੇ ਵਿਦਿਆਰਥੀਓ, ਸਿਰਫ ਮੈਡੀਕਲ ਲਾਈਨ ਦੇ ਵਿੱਚ ਨਹੀਂ, ਮੈਂ ਹੋਰ ਉਦਾਹਰਨ ਦਿੰਦਾ। ਸਾਡੇ ਰਾਜਸਥਾਨ ਦੇ ਵਿੱਚ ਰੇਗਿਸਤਾਨ ਦਾ ਇਲਾਕਾ ਬਹੁਤ ਜ਼ਿਆਦਾ ਹੈ, ਰੇਤ ਹੀ ਰੇਤ ਹੈ, ਟਿੱਬੇ ਟਿੱਬੇ ਹੈ। ਹਨੇਰੀਆਂ ਆਉਂਦੀਆਂ ਨਾ ਆਪਣੇ ਇਲਾਕੇ 'ਚ ਵੀ, ਉਹ ਸਾਰੀ ਰੇਤ ਜਿਹੜੀ ਹੈਗੀ ਹੈ ਉਹ ਦੂਜੇ ਰਾਜਾਂ 'ਚ ਵੀ ਪਹੁੰਚਦੀ। ਸਾਰਾ ਬੀਆਬਾਨ ਹੈ, ਉਹ ਇੰਨੀ ਵੱਡੀ ਭੂਮੀ ਜਿਹੜੀ ਹੈਗੀ ਹੈ ਉਹਦੀ ਵਰਤੋਂ ਨਹੀਂ ਹੋ ਪਾ ਰਹੀ। ਕਹਿੰਦੇ ਆ, ਆਪਾਂ ਵੀ ਪੜ੍ਹਿਆ ਕਿ ਭਾਈ ਰਾਜਸਥਾਨ ਦੇ ਵਿੱਚ ਅਰਾਵਲੀ ਪਰਬਤ ਹੈ, ਉਹ ਪੌਣਾ ਦੇ ਸਮਾਨਾਂਤਰ ਹੈ, ਰੁਕਾਵਟ ਪੇਸ਼ ਨਹੀਂ ਕਰਦਾ ਤੇ ਪੌਣਾ ਸਿੱਧੀਆਂ ਲੰਘ ਜਾਂਦੀਆਂ ਤੇ ਜਿਹੜਾ ਮੀਂਹ ਹੈਗਾ ਉਹ ਪੈਂਦਾ ਨਹੀਂ ਚੰਗੀ ਤਰ੍ਹਾਂ। ਤਾਂ ਪਿਆਰੇ ਵਿਦਿਆਰਥੀਓ, ਆਪਾਂ ਇਹੋ ਜਿਹੀ ਇੱਕ ਕੰਧ, ਬਹੁਤ ਵੱਡੀ ਸਾਰੀ ਕੰਧ ਉਸਾਰ ਸਕਦੇ ਹਾਂ ਜਿਹਦੇ ਵਿਚਕਾਰ ਆਪਾਂ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਮਿੱਟੀ ਭਰ ਦਈਏ। ਬਹੁਤ ਵੱਡੀ ਕੰਧ ਤੇ ਵਿਚਕਾਰ ਮਿੱਟੀ, ਤੇ ਲਗਾਤਾਰ ਕੰਮ ਤੇ ਲਾਏ ਹੋਣ ਬੰਦੇ। ਆਪਣੇ ਕੋਲ ਲੇਬਰ ਬਹੁਤ ਹੈ ਆਪਣੇ ਭਾਰਤ ਦੇਸ਼ 'ਚ, ਆਪਣੇ ਕੋਲ ਸਾਧਨ ਵੀ ਬਹੁਤ ਹੈ, ਵੱਡੇ ਵੱਡੇ ਟਰੱਕ ਤੇ ਜਿਹਨੂੰ ਆਪਾਂ ਘੋੜਾ ਕਹਿੰਦੇ, ਉਹ ਸਾਰੇ ਲਾ ਕੇ ਤੇ ਆਪਾਂ ਬਹੁਤ ਵੱਡੀ ਸਾਰੀ ਕੰਧ ਪਹਾੜ ਨੂੰ ਹੀ ਬਣਾ ਸਕਦੇ ਹਾਂ। ਤੇ ਉਹਦੇ ਨਾਲ ਹੋਊਗਾ ਕਿ ਪੌਣਾ ਨੂੰ ਰੁਕਾਵਟ ਆ ਜੂਗੀ, ਮੀਂਹ ਪੈਣ ਲੱਗ ਜੂਗਾ ਤੇ ਕਿੱਡੀ ਵੱਡੀ ਭੂਮੀ ਜਿਹੜੀ ਹੈਗੀ ਆਪਾਂ ਹਰਿਆਵਲ ਦੇ ਵਿੱਚ ਬਦਲ ਦਿਆਂਗੇ। ਇਹ ਕਿਹੜੀ ਸੋਚ ਹੈ?
ਥਿੰਕਿੰਗ ਆਊਟ ਆਫ ਦਾ ਬਾਕਸ, ਕਿਉਂਕਿ ਹੋਰ ਕੋਈ ਸੋਚ ਹੀ ਨਹੀਂ ਰਿਹਾ। ਇਹ ਜਿਹੜਾ ਬੰਦਾ ਸੋਚ ਰਿਹਾ ਹੈ, ਚਾਹੇ ਅੱਜ ਕਿਸੇ ਨੂੰ ਉਹ ਕਮਲਾ ਲੱਗ ਰਿਹਾ ਹੋਵੇ, ਪਰ ਕੱਲ ਨੂੰ ਇਸ ਸੋਚ ਦੇ ਵਿੱਚ ਉਹ ਕਾਮਯਾਬ ਹੋ ਸਕਦਾ ਹੈ। ਫਿਰ ਕਿਹੜੀ ਸੋਚ ਹੋਊਗੀ? ਥਿੰਕਿੰਗ ਆਊਟ ਆਫ ਦਾ ਬਾਕਸ। ਇਸੇ ਤਰ੍ਹਾਂ ਪਿਆਰੇ ਵਿਦਿਆਰਥੀਓ, ਰਾਈਟ ਬ੍ਰਦਰਜ਼ ਸੀਗੇ, ਦੋ ਭਰਾ ਸੀਗੇ, ਤੇ ਉਹਨਾਂ ਨੇ ਹਵਾਈ ਜਹਾਜ਼ ਦੀ ਖੋਜ ਕੀਤੀ। ਕਈ ਵਾਰੀ ਸੱਟਾਂ ਵੀ ਖਾਧੀਆਂ, ਪਰ ਆਖਰ ਦੇ ਵਿੱਚ ਦੇਖ ਲਓ ਕਾਮਯਾਬ ਹੋ ਗਏ, ਕਿਉਂਕਿ ਉਹਨਾਂ ਦੀ ਸੋਚ ਦੂਜਿਆਂ ਤੋਂ ਵੱਖਰੀ ਸੀ, ਹਟ ਕੇ ਸੀ। ਕਿਹੜੀ ਸੀ? ਥਿੰਕਿੰਗ ਆਊਟ ਆਫ ਦਾ ਬਾਕਸ। ਤਾਂ ਪਿਆਰੇ ਵਿਦਿਆਰਥੀਓ, ਅੱਜ ਜਿਹੜਾ ਚੈਪਟਰ ਆਪਾਂ ਸਟੱਡੀ ਕਰਨ ਲੱਗੇ ਨਾ, ਇਹਦੇ ਵਿੱਚ ਵੀ ਗੱਲ ਫਿਰ ਕਿਉਂ ਨਾ ਥਿੰਕਿੰਗ ਆਊਟ ਆਫ ਦਾ ਬਾਕਸ ਦੀ ਹੋਊਗੀ। ਇੱਕ ਲੜਕੀ ਹੈ ਜਿਹੜੀ ਖੂਬਸੂਰਤ ਤਾਂ ਬਹੁਤ ਹੈ, ਪਰ ਗਰੀਬ ਹੈ। ਉਹਦਾ ਪਿਤਾ ਕਰਜ਼ਾਈ ਹੈ, ਤੇ ਉਹ ਕਿਸੇ ਸ਼ਾਹੂਕਾਰ ਦੇ ਕਾਰਨ ਮੁਸੀਬਤ ਵਿੱਚ ਪੈ ਜਾਂਦੀ ਹੈ, ਆਪ ਵੀ ਤੇ ਉਹਦਾ ਪਿਤਾ ਵੀ। ਉਹ ਆਪਦੀ ਇਸ ਮੁਸੀਬਤ ਤੋਂ ਕਿਵੇਂ ਛੁਟਕਾਰਾ ਪਾਉਂਦੀ ਹੈ, ਕਿਹੜੀ ਸੋਚ ਨਾਲ ਕਿਵੇਂ ਆਪਦੇ ਹਾਲਾਤਾਂ ਨੂੰ ਲਾਭਦਾਇਕ ਸਥਿਤੀ 'ਚ ਬਦਲ ਲੈਂਦੀ ਹੈ, ਇਹ ਆਪਾਂ ਇਸ ਜਿਗਿਆਸਾ ਨੂੰ ਦੂਰ ਕਰਾਂਗੇ ਟੈਕਸਟ ਪੜ੍ਹ ਕੇ, ਤਾਂ ਕਿ ਤੁਸੀਂ ਪੇਪਰਾਂ ਵਾਸਤੇ ਵੀ ਤਿਆਰ ਹੋ ਜਾਓ। ਆਜੋ ਆਪਾਂ ਇਹ ਟੈਕਸਟ ਦੀ ਥੋੜੀ ਜਿਹੀ ਸਟੱਡੀ ਕਰਦੇ ਹਾਂ। ਅੱਜ ਇਹੀ ਹਿੰਦੁਸਤਾਨ ਹੈ, ਅੱਜ ਇਹੀ ਹਿੰਦੁਸਤਾਨ ਹੈ। ਇੱਕ ਗਰੀਬ ਕਿਸਾਨ ਹੈ, ਕਰਜ਼ੇ ਕਾਰਨ ਪਰੇਸ਼ਾਨ ਹੈ, ਧੀ ਉਹਦੀ ਜਵਾਨ ਹੈ, ਸ਼ਾਹੂਕਾਰ ਉਹਦੇ ਤੇ ਬੇਈਮਾਨ ਹੈ। ਸ਼ਾਹੂਕਾਰ ਨੇ ਪਾਇਆ ਕੰਕਰ ਚੁੱਕਣ ਦਾ ਇਮਤਿਹਾਨ ਹੈ, ਚਿੱਟਾ ਤਾਂ ਕਰਜ਼ਾ ਮੁਕਤੀ, ਕਾਲਾ ਤਾਂ ਜੋਖਮ 'ਚ ਜਾਨ ਹੈ। ਅੱਜ ਮਿਹਨਤੀ ਰੋਂਦਾ ਹੈ, ਹੱਸਦਾ ਬੇਈਮਾਨ ਹੈ, ਬਸ ਇਹੀ ਹਿੰਦੁਸਤਾਨ ਹੈ, ਇਹੀ ਹਿੰਦੁਸਤਾਨ ਹੈ। Years ago, in a small Indian village, a farmer had the misfortune of owing a large sum of money to a village moneylender. ਬਹੁਤ ਸਾਲ ਪਹਿਲਾਂ ਭਾਰਤ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਇੱਕ ਕਿਸਾਨ ਨੇ ਬਦਕਿਸਮਤੀ ਨਾਲ ਪਿੰਡ ਦੇ ਹੀ ਇੱਕ ਸ਼ਾਹੂਕਾਰ ਤੋਂ ਕਰਜ਼ਾ ਲਿਆ ਹੋਇਆ ਸੀ, ਤੇ ਉਹ ਕਰਜ਼ਾ ਉਸਨੇ ਵਾਪਸ ਕਰਨਾ ਸੀ। ਕਰਜ਼ਾ ਵੀ ਜ਼ਿਆਦਾ ਮਾਤਰਾ ਵਿੱਚ ਸੀ। The moneylender, who was old and ugly, fancied the farmer's beautiful daughter. ਉਹ ਜਿਹੜਾ ਸ਼ਾਹੂਕਾਰ ਸੀ, ਉਹ ਬੁੱਢਾ ਵੀ ਸੀ ਤੇ ਬਦਸੂਰਤ ਵੀ ਸੀ, ਤੇ ਉਹ ਕਿਸਾਨ ਦੀ ਸੁੰਦਰ ਧੀ ਦੇ ਉੱਤੇ ਅੱਖ ਰੱਖਦਾ ਸੀ। So he proposed a bargain. ਇਸ ਕਰਕੇ ਉਸਨੇ ਇੱਕ ਸੌਦੇ ਦੀ ਪੇਸ਼ਕਸ਼ ਕੀਤੀ। He said he would forgo the farmer's debt if he could marry the farmer's daughter. ਉਸਨੇ ਕਿਹਾ ਕਿ ਉਹ ਕਿਸਾਨ ਦਾ ਸਾਰਾ ਕਰਜ਼ਾ ਮਾਫ ਕਰ ਦੇਵੇਗਾ ਜੇਕਰ ਉਹ ਉਸਦੀ ਧੀ ਨਾਲ ਵਿਆਹ ਕਰਵਾ ਲੈਂਦਾ ਹੈ ਤਾਂ। Both the farmer and his daughter were horrified by the proposal. ਦੋਨੋਂ ਹੀ ਕਿਸਾਨ ਤੇ ਉਸਦੀ ਧੀ ਇਸ ਪੇਸ਼ਕਸ਼ ਨਾਲ ਘਬਰਾ ਗਏ, ਡਰ ਗਏ। So the cunning moneylender suggested that they let Providence decide the matter. ਇਸ ਕਰਕੇ ਉਹ ਚਲਾਕ ਸ਼ਾਹੂਕਾਰ ਉਹਨਾਂ ਨੂੰ ਸੁਝਾਅ ਦਿੰਦਾ ਹੈ ਕਿ ਇਸ ਮਸਲੇ ਨੂੰ ਮਾਲਕ ਤੇ ਛੱਡ ਦਿਓ, ਪ੍ਰਮਾਤਮਾ ਤੇ ਛੱਡ ਦਿਓ, ਉਹੀ ਫੈਸਲਾ ਕਰੇਗਾ। He told them that he would put a black pebble and a white pebble into an empty money bag. ਉਸਨੇ ਉਹਨਾਂ ਨੂੰ ਕਿਹਾ ਕਿ ਉਹ ਇੱਕ ਕਾਲਾ ਕੰਕਰ ਅਤੇ ਇੱਕ ਚਿੱਟਾ ਕੰਕਰ ਇੱਕ ਖਾਲੀ ਪੈਸਿਆਂ ਵਾਲੇ ਥੈਲੇ ਵਿੱਚ ਪਾਵੇਗਾ। Then the girl would have to pick one pebble from the bag. ਫਿਰ ਉਹ ਲੜਕੀ ਉਸ ਥੈਲੇ ਦੇ ਵਿੱਚੋਂ ਇੱਕ ਕੰਕਰ ਬਾਹਰ ਕੱਢੇਗੀ। If she picked the black pebble, she would become his wife and her father's debt would be written off. ਜੇਕਰ ਉਸ ਲੜਕੀ ਨੇ ਕਾਲੇ ਰੰਗ ਦਾ ਕੰਕਰ ਬਾਹਰ ਕੱਢਿਆ ਤਾਂ ਉਹ ਉਸਦੀ ਪਤਨੀ ਬਣੇਗੀ ਤੇ ਉਸਦੇ ਪਿਤਾ ਦਾ ਸਾਰਾ ਕਰਜ਼ਾ ਮਾਫ ਕਰ ਦਿੱਤਾ ਜਾਵੇਗਾ। If she picked the white pebble, she need not marry him. ਜੇ ਉਸਨੇ ਚਿੱਟਾ ਕੰਕਰ ਕੱਢਿਆ ਤਾਂ ਉਸ ਨੂੰ ਉਸ ਨਾਲ ਵਿਆਹ ਨਹੀਂ ਕਰਵਾਉਣਾ ਪਵੇਗਾ
and her father's debt would still be written off, ਤੇ ਉਸਦੇ ਪਿਤਾ ਦਾ ਕਰਜ਼ਾ ਫਿਰ ਵੀ ਮਾਫ ਕਰ ਦਿੱਤਾ ਜਾਵੇਗਾ। But if she refused to pick a pebble, her father would be thrown into jail. ਪਰ ਜੇਕਰ ਉਸਨੇ ਕੰਕਰ ਚੁੱਕਣ ਤੋਂ ਨਾ ਕਰ ਦਿੱਤੀ ਤਾਂ ਉਸਦੇ ਪਿਤਾ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਜਾਵੇਗਾ। They were standing on a pebble-strewn path in the farmer's field. ਉਹ ਕਿਸਾਨ ਦੇ ਖੇਤ ਦੇ ਵਿੱਚ ਕੰਕਰਾਂ ਨਾਲ ਭਰੇ ਹੋਏ ਇੱਕ ਰਾਹ ਤੇ ਖੜੇ ਸਨ। As they talked, the moneylender bent over to pick up 2 pebbles. ਜਿਵੇਂ ਕਿ ਉਹਨਾਂ ਨੇ ਗੱਲ ਕੀਤੀ ਸੀ, ਉਹ ਸ਼ਾਹੂਕਾਰ 2 ਕੰਕਰ ਚੁੱਕਣ ਵਾਸਤੇ ਹੇਠਾਂ ਝੁਕਿਆ। As he picked them up, the sharp-eyed girl noticed that he had picked up 2 black pebbles and put them into the bag. ਜਿਵੇਂ ਹੀ ਉਸਨੇ ਉਹਨਾਂ ਨੂੰ ਚੁੱਕਿਆ, ਉਹ ਤੇਜ਼ ਨਜ਼ਰ ਵਾਲੀ ਲੜਕੀ ਨੇ ਉਦੋਂ ਹੀ ਨੋਟ ਕਰ ਲਿਆ ਕਿ ਉਸਨੇ ਦੋਨੋਂ ਕਾਲੇ ਰੰਗ ਦੇ ਕੰਕਰ ਚੁੱਕੇ ਹਨ ਤੇ ਉਹਨਾਂ ਨੂੰ ਥੈਲੇ ਵਿੱਚ ਪਾਇਆ ਹੈ। He then asked the girl to pick a pebble from the bag. ਫਿਰ ਉਸਨੇ ਉਸ ਲੜਕੀ ਨੂੰ ਇੱਕ ਕੰਕਰ ਚੁੱਕਣ ਲਈ ਕਿਹਾ। ਪਿਆਰੇ ਵਿਦਿਆਰਥੀਓ, ਅਸੀਂ ਟੈਕਸਟ ਦੇ ਵਿੱਚ ਪੜ੍ਹਿਆ ਕਿ ਜੇਕਰ ਲੜਕੀ ਨੇ ਕਾਲੇ ਰੰਗ ਦਾ ਕੰਕਰ ਚੁੱਕ ਲਿਆ ਤਾਂ ਉਸ ਦੇ ਪਿਤਾ ਦਾ ਤਾਂ ਕਰਜ਼ਾ ਮਾਫ ਹੋ ਜਾਏਗਾ, ਪਰ ਉਸ ਲੜਕੀ ਨੂੰ, ਕਿਸਾਨ ਦੀ ਧੀ ਨੂੰ ਸ਼ਾਹੂਕਾਰ ਨਾਲ ਵਿਆਹ ਕਰਵਾਉਣਾ ਪਵੇਗਾ। ਹੁਣ ਦੂਜੀ ਸਥਿਤੀ ਹੈ, ਜੇ ਉਸਨੇ ਚਿੱਟਾ ਕੰਕਰ ਕੱਢ ਲਿਆ, ਬੈਗ ਦੇ ਵਿੱਚੋਂ ਚਿੱਟਾ ਕੰਕਰ ਕੱਢ ਲਿਆ, ਤਾਂ ਫਿਰ ਕੀ ਹੋਏਗਾ? ਕਿਸਾਨ ਦਾ ਕਰਜ਼ਾ ਤਾਂ ਮਾਫ ਹੋ ਜਾਏਗਾ, ਨਾਲ ਦੀ ਨਾਲ ਉਸ ਲੜਕੀ ਨੂੰ ਸ਼ਾਹੂਕਾਰ ਨਾਲ ਵਿਆਹ ਨਹੀਂ ਕਰਵਾਉਣਾ ਪਏਗਾ। ਤਾਂ ਪਿਆਰੇ ਵਿਦਿਆਰਥੀਓ, ਹੁਣ ਤੁਸੀਂ ਸੋਚੋ ਕਿ ਜੇ ਤੁਸੀਂ ਉਸ ਲੜਕੀ ਦੀ ਥਾਂ ਤੇ ਹੁੰਦੇ ਤਾਂ ਤੁਸੀਂ ਕੀ ਕਰਦੇ? ਮੇਰੇ ਹਿਸਾਬ ਨਾਲ 3 ਪੋਸੀਬਿਲਿਟੀਜ਼ ਬਣਨਗੀਆਂ, 3 ਸੰਭਾਵਨਾਵਾਂ ਬਣਨਗੀਆਂ ਤੁਹਾਡੇ ਉੱਤਰ ਦੀਆਂ। ਕਿਹੜੀਆਂ? ਨੰਬਰ 1 ਤਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਲੜਕੀ ਨੂੰ ਉਹ ਕੰਕਰ ਚੁੱਕਣਾ ਹੀ ਨਹੀਂ ਚਾਹੀਦਾ। ਦੂਜੇ ਨੰਬਰ ਤੇ ਤੁਸੀਂ ਇਹ ਕਹਿ ਸਕਦੇ ਹੋ ਕਿ ਲੜਕੀ ਨੂੰ ਨਾਲ ਦੀ ਨਾਲ ਇਹ ਦੱਸ ਦੇਣਾ ਚਾਹੀਦਾ ਕਿ ਭਾਈ ਸ਼ਾਹੂਕਾਰ ਨੇ 2 ਕੰਕਰ ਚੁੱਕੇ ਐ ਤੇ ਇਹ ਬੇਈਮਾਨ ਹੈ। ਤੀਜੀ ਸੰਭਾਵਨਾ ਕੀ ਹੈ? ਜਿਵੇਂ ਸਾਡੇ ਹਿੰਦੁਸਤਾਨ ਦੇ ਵਿੱਚ ਲੜਕੀਆਂ ਕਰਦੀਆਂ, ਧੀਆਂ ਕਰਦੀਆਂ ਕਿ ਉਹ ਭਾਵੇਂ ਕਾਲਾ ਕੰਕਰ ਹੀ ਹੈ, ਕਾਲਾ ਹੀ ਚੱਕ ਲਵੇ ਤੇ ਆਪਦੇ ਆਪ ਦੀ ਕੁਰਬਾਨੀ ਦੇ ਦੇਵੇ ਤੇ ਆਪਦੇ ਪਿਤਾ ਦਾ ਕਰਜ਼ਾ ਵੀ ਮਾਫ ਕਰਵਾ ਲੇ ਤੇ ਨਾਲ ਦੀ ਨਾਲ ਉਹਨੂੰ ਜੇਲ੍ਹ ਤੋਂ ਵੀ ਬਚਾ ਲੇ। ਯਾਨੀ ਕਿ ਤਿਆਗ ਵਾਲਾ ਤੀਜਾ ਆਪਸ਼ਨ ਹੈ। ਤਾਂ ਪਿਆਰੇ ਵਿਦਿਆਰਥੀਓ, ਜੇ ਆਪਾਂ ਗੱਲ ਕਰੀਏ ਵੀ ਪਹਿਲੇ ਆਪਸ਼ਨ ਦੀ, ਦੂਜੇ ਆਪਸ਼ਨ ਦੀ, ਤੀਜੇ ਆਪਸ਼ਨ ਦੀ, ਤਿੰਨੇ ਆਪਸ਼ਨਾਂ ਦਾ ਆਪਾਂ ਧਿਆਨ ਨਾਲ ਜੇ ਘੋਖ ਪੜਤਾਲ ਕਰੀਏ ਤਾਂ ਪਹਿਲੀ ਆਪਸ਼ਨ ਦੇ ਵਿੱਚ ਹੈ ਵੀ ਜਦੋਂ ਉਹ ਕਹਿੰਦੇ ਕਿ ਇਹਨੇ ਕੋਈ ਵੀ ਕੰਕਰ ਨਹੀਂ ਚੁੱਕਣਾ, ਤਾਂ ਜਦੋਂ ਕੋਈ ਵੀ ਕੰਕਰ ਨਹੀਂ ਚੁੱਕਣਾ ਫਿਰ ਤਾਂ ਉਹਦੇ ਪਿਤਾ ਨੂੰ ਜੇਲ੍ਹ ਦੇ ਵਿੱਚ ਸੁੱਟ ਹੀ ਦਿੱਤਾ ਜਾਊਗਾ। ਹੁਣ ਗੱਲ ਆਉਂਦੀ ਹੈ ਦੂਜੀ ਕਿ ਜੇ ਐਂ ਹੀ ਦੱਸਤਾ ਵੀ ਤੂੰ ਤਾਂ ਬੇਈਮਾਨ ਹੈ, ਉਹਦੇ ਨਾਲ ਕੀ ਹੋਊਗਾ? ਕਰਜ਼ਾ ਤਾਂ ਉਵੇਂ ਦੇ ਉਵੇਂ ਬਕਾਇਆ ਹੁੰਦਾ ਹੈਗਾ ਹੀ ਹੈ, ਉਹ ਫਿਰ ਹੋਰ ਕਿਸੇ ਢੰਗ ਨਾਲ ਪਰੇਸ਼ਾਨ ਕਰ ਲੂਗਾ, ਕਰਜ਼ਾ ਤਾਂ ਨਹੀਂ ਨਾ ਖਤਮ ਹੋਇਆ। ਤੀਜੀ ਗੱਲ ਹੈ ਕੁਰਬਾਨੀ ਦੀ। ਜੇ ਉਹ ਆਪਦੀ ਕੁਰਬਾਨੀ ਦੇ ਦਿੰਦੀ ਹੈ ਤਾਂ ਉਹਦੀ ਵਿਚਾਰੀ ਦੀ ਆਪਦੀ ਸਾਰੀ ਜ਼ਿੰਦਗੀ ਖਰਾਬ ਹੋ ਜਾਏਗੀ। ਫਿਰ ਸ਼ਾਹੂਕਾਰ ਕੀ ਪਤਾ ਕਿਹੜੀ ਗੱਲੋਂ ਉਹਨੂੰ ਹੋਰ ਤੰਗ ਕਰਿਆ ਕਰੇ ਆਉਣ ਵਾਲੇ ਟਾਈਮ ਤੇ, ਇਹ ਵੀ ਨਹੀਂ ਪਤਾ। ਵੈਸੇ ਵੀ ਉਹਨੂੰ ਬੁੱਢਾ ਪਤੀ ਮਿਲ ਜੂਗਾ, ਉਹਦੀਆਂ ਜਿਹੜੀਆਂ ਭਾਵਨਾਵਾਂ ਸਾਰੀਆਂ ਹੀ ਖਤਮ ਹੋ ਜਾਣਗੀਆਂ। ਤਾਂ ਜਿਹੜਾ ਲੌਜੀਕਲ ਤਰੀਕਾ ਹੈਗਾ, ਜਿਹੜਾ ਤਰਕ ਵਾਲਾ ਤਰੀਕਾ ਹੈ, ਉਹਨਾਂ ਦੇ ਵਿੱਚ ਜਿਹੜੀਆਂ 3 ਸੰਭਾਵਨਾਵਾਂ ਤਰਕ ਨਾਲ ਬਣਦੀਆਂ ਸੀ, ਤਿੰਨਾਂ ਦੇ ਵਿੱਚ ਹੀ ਲੜਕੀ ਜਿਹੜੀ ਹੈਗੀ ਆ ਉਹ ਆਪਦੇ ਜੀਵਨ ਦੀ ਇਸ ਸਮੱਸਿਆ ਨੂੰ ਹੱਲ ਨਹੀਂ ਕਰ ਸਕਦੀ। ਹੁਣ ਉਹ ਫਿਰ ਕੀ ਕਰਦੀ ਹੈ, ਕਿਵੇਂ ਆਪਦੀ ਸਮੱਸਿਆ ਨੂੰ ਹੱਲ ਕਰਦੀ ਹੈ, ਇਹ ਆਪਾਂ ਟੈਕਸਟ ਰਾਹੀਂ ਦੇਖਦੇ ਹਾਂ, ਪੜ੍ਹਦੇ ਹਾਂ ਟੈਕਸਟ ਦੇ ਵਿੱਚ ਕਿ ਕੀ ਹੱਲ ਦੱਸਿਆ ਕਿ ਉਸ ਲੜਕੀ ਨੇ ਕੀ ਵੱਖਰੀ ਸੋਚ ਅਪਣਾਈ। ਪਿਆਰੇ ਵਿਦਿਆਰਥੀਓ, ਜਿਹੜਾ ਆਪਾਂ ਟੈਕਸਟ ਹੁਣ ਪੜਾਂਗੇ ਨਾ, ਉਹਦੀ ਮਹੱਤਤਾ ਬਾਰੇ ਤੁਹਾਨੂੰ ਮੈਂ ਜ਼ਰੂਰ ਦੱਸਣਾ ਚਾਹੂੰਗਾ। ਇੱਕ ਪ੍ਰਸ਼ਨ ਜਿਹੜਾ ਹੈਗਾ ਅਕਸਰ ਹੀ ਪੇਪਰਾਂ ਦੇ ਵਿੱਚ ਆਉਂਦਾ ਹੈ, ਉਹ ਕਿਹੜਾ ਹੈ? ਹਾਊ ਡਿਡ the money lenders
attempts to win the hand of the farmer's daughter go in vain. ਸ਼ਾਹੂਕਾਰ ਦੇ ਜਿਹੜੇ ਯਤਨ ਸੀਗੇ ਕਿ ਕਿਸਾਨ ਦੀ ਧੀ ਨੂੰ ਉਹ ਪ੍ਰਾਪਤ ਕਰ ਸਕੇ, ਉਹ ਵਿਅਰਥ ਕਿਉਂ ਚਲੇ ਗਏ? ਇਸ ਦਾ ਉੱਤਰ ਆਪਾਂ ਹੁਣ ਆਉਣ ਵਾਲੇ ਟੈਕਸਟ ਦੇ ਵਿੱਚ ਪੜਾਂਗੇ। ਬਹੁਤ ਧਿਆਨ ਨਾਲ ਤੁਸੀਂ ਟੈਕਸਟ ਨੂੰ ਪੜ੍ਹਨਾ ਹੈਗਾ ਤਾਂ ਕਿ ਛੇਤੀ ਹੀ ਪ੍ਰਸ਼ਨ ਵੀ ਤੁਹਾਨੂੰ ਯਾਦ ਹੋ ਜਾਇਆ ਕਰਨ ਨਾਲ ਦੀ ਨਾਲ ਹੀ। Put her hand into the money bag and drew out a pebble. ਉਸ ਲੜਕੀ ਨੇ ਆਪਣਾ ਇੱਕ ਹੱਥ ਉਸ ਥੈਲੇ ਵਿੱਚ, ਜਿਹੜਾ ਪੈਸਿਆਂ ਵਾਲਾ ਥੈਲਾ ਸੀ, ਉਸ ਵਿੱਚ ਪਾਇਆ ਤੇ ਇੱਕ ਕੰਕਰ ਬਾਹਰ ਕੱਢਿਆ। Without looking at it, she fumbled and let it fall onto the pebble-strewn path, where it immediately became lost among all the other pebbles. ਬਿਨਾਂ ਇਸ ਵੱਲ ਵੇਖਿਆ ਉਹ ਥੋੜਾ ਜਿਹਾ ਲੜਖੜਾਈ ਤੇ ਉਸਨੇ ਕੰਕਰਾਂ ਵਾਲੇ ਰਾਹ ਤੇ ਇਸ ਨੂੰ ਡਿੱਗਣ ਦਿੱਤਾ ਤੇ ਇਹ ਕੰਕਰ ਵੀ ਦੂਜੇ ਕੰਕਰਾਂ ਦੇ ਵਿੱਚ ਜਲਦੀ ਹੀ ਗਵਾਚ ਗਿਆ। Oh, how clumsy of me, she said. ਉਸਨੇ ਕਿਹਾ, ਹਾਏ ਮੈਂ ਕਿੰਨੀ ਬੇਢੰਗੀ ਆ। But never mind. If you look into the bag for the one that is left, you will be able to tell which pebble I picked. ਤੁਸੀਂ ਘਬਰਾਓ ਨਾ, ਜੇਕਰ ਤੁਸੀਂ ਇਹ ਦੇਖੋਗੇ ਕਿ ਨਾ ਹੁਣ ਬੈਗ ਦੇ ਵਿੱਚ ਬਾਕੀ ਬਚਿਆ ਕਿਹੜਾ ਇਹ ਰੰਗ ਦਾ ਕੰਕਰ ਹੈ, ਤਾਂ ਤੁਸੀਂ ਆਸਾਨੀ ਨਾਲ ਹੀ ਦੱਸ ਸਕਦੇ ਹੋ ਕਿ ਮੈਂ ਪਹਿਲਾਂ ਕਿਹੜਾ ਕੰਕਰ ਚੁੱਕਿਆ ਸੀ। Since the remaining pebble is black, it must be assumed that she had picked the white one. ਕਿਉਂਕਿ ਜਿਹੜਾ ਬਾਕੀ ਬਚ ਗਿਆ ਸੀ ਉਹ ਕਾਲੇ ਰੰਗ ਦਾ ਕੰਕਰ ਸੀ, ਇਸ ਕਰਕੇ ਆਸਾਨੀ ਨਾਲ ਹੀ ਸਮਝਿਆ ਜਾ ਸਕਦਾ ਹੈ ਕਿ ਜਿਹੜਾ ਕੰਕਰ ਉਸਨੇ ਪਹਿਲਾਂ ਚੱਕਿਆ ਸੀ ਉਹ ਚਿੱਟਾ ਸੀ। And since the moneylender dared not admit his dishonesty, the girl changed what seemed an impossible situation into an extremely advantageous one. ਕਿਉਂਕਿ ਉਹ ਜਿਹੜਾ ਸ਼ਾਹੂਕਾਰ ਸੀਗਾ ਉਹ ਹਿੰਮਤ ਨਹੀਂ ਕਰ ਸਕਦਾ ਸੀ ਇਹ ਗੱਲ ਕਹਿਣ ਦੀ ਕਿ ਵੀ ਮੈਂ ਬੇਈਮਾਨੀ ਕੀਤੀ ਹੈ, ਤਾਂ ਇਸ ਤਰ੍ਹਾਂ ਉਸ ਲੜਕੀ ਨੇ ਆਪਦੀ ਔਖੀ ਸਥਿਤੀ, ਇੱਕ ਮੁਸੀਬਤ ਵਾਲੀ ਸਥਿਤੀ ਨੂੰ ਆਪਦੇ ਲਈ ਬਹੁਤ ਹੀ ਜ਼ਿਆਦਾ ਲਾਭਦਾਇਕ ਸਥਿਤੀ ਦੇ ਵਿੱਚ ਬਦਲ ਲਿਆ। ਪਿਆਰੇ ਵਿਦਿਆਰਥੀਓ, ਤੁਹਾਨੂੰ ਪ੍ਰਸ਼ਨ ਵੀ ਯਾਦ ਹੋ ਜੇ ਤੇ ਤੁਹਾਡਾ ਇੰਟਰਸਟ ਜਿਹੜਾ ਹੈਗਾ ਇਸ ਲੈਕਚਰ 'ਚ ਬਣਿਆ ਰਹੇ, ਇਸ ਕਰਕੇ ਆਪਾਂ ਇੱਕ ਛੋਟੀ ਜਿਹੀ ਵੀਡੀਓ ਇਸੇ ਚੈਪਟਰ ਤੇ ਇਸੇ ਲੜਕੀ ਦੀ ਕਹਾਣੀ ਨਾਲ ਸੰਬੰਧਿਤ ਵੇਖਣ ਲੱਗੇ ਆਂ। ਆਜੋ ਵੇਖੀਏ ਵੀਡੀਓ ਕਲਿੱਪ। Thinking out of the box. In a small town, a business owner had to pay a large sum of money to a moneylender. The businessman had a pretty daughter. The moneylender was an old, ugly-looking person who wanted to marry the businessman's daughter. He decided to offer the businessman a deal by which he could forgive away his loan. However, the catch was that he would only forgive his loan if he could marry the businessman's daughter. The moneylender said that he would place 2 pebbles in a bag, one white and one black. The daughter will have to pick out 1 pebble. If it was black, the loan would be forgiven, but the moneylender would marry her. If it was white, the loan would be forgiven and the daughter will not have to marry the moneylender. Standing in the businessman's garden, the moneylender bent over and picked up 2 pebbles. While he was picking them up, the daughter noticed that he picked up 2 black pebbles and placed them both in the bag. The moneylender then asked the daughter to reach into the bag and pick one. Now the daughter had 3 choices as to what she could have done. Refuse to pick up a pebble from the bag, take both pebbles out of the bag
and expose the moneylender for cheating, or pick a pebble from the bag knowing it was black and sacrifice herself for her father's freedom? She thought for a while and then picked out a pebble from the bag, and even before looking at it, she accidentally dropped it among other pebbles. She then said to the moneylender, "Oh, I dropped it by mistake. Never mind. If you look into the bag for the one that is left, you will be able to tell which pebble I had picked." The pebble left in the bag was obviously black, and because the moneylender didn't want to be exposed, he had to play along as if the pebble the daughter dropped was white. The moneylender had to forgive her father's loan. The businessman and his daughter were very happy. Moral: there is always a way out of every difficulty. ਪਿਆਰੇ ਵਿਦਿਆਰਥੀਓ, ਆਪਾਂ ਦੇਖਿਆ ਕਿ ਉਸ ਲੜਕੀ ਨੇ ਆਪਣੀ ਜ਼ਿੰਦਗੀ ਦੀ ਸਮੱਸਿਆ ਨੂੰ ਕਿਸ ਤਰ੍ਹਾਂ ਹੱਲ ਕੀਤਾ। ਉਸਨੇ ਕਿਹੜੀ ਸੋਚ ਨਾਲ ਆਪਣੀ ਸਮੱਸਿਆ ਨੂੰ ਹੱਲ ਕੀਤਾ। ਉਹ ਸੋਚ ਵੱਖਰੀ ਸੀ, ਹਟ ਕੇ ਸੀ, ਥਿੰਕਿੰਗ ਆਊਟ ਆਫ ਦਾ ਬਾਕਸ ਵਾਲੀ ਸੀ, ਜਾਂ ਕਹਿ ਲਓ ਕਿ ਲੈਟਰਲ ਥਿੰਕਿੰਗ ਸੀ। ਪਿਆਰੇ ਵਿਦਿਆਰਥੀਓ, ਜਿਹੜੀ ਇਹ ਲੈਟਰਲ ਥਿੰਕਿੰਗ ਹੈ, ਇਹਦੀ ਆਪਾਂ ਬਹੁਤ ਗੱਲ ਕੀਤੀ ਹੈ। ਇਸ ਦੀ ਸਾਨੂੰ ਪਰਿਭਾਸ਼ਾ ਜਿਹੜੀ ਹੈਗੀ ਜ਼ਰੂਰ ਜਾਣ ਲੈਣੀ ਚਾਹੀਦੀ ਹੈ, ਤੇ ਆਪਾਂ ਜਾਣਦੇ ਹਾਂ ਕਿ ਲੈਟਰਲ ਥਿੰਕਿੰਗ ਕਿਹਦੇ ਕਿਹਨੂੰ ਹੈ। ਵਾਟ ਇਜ਼ ਲੈਟਰਲ ਥਿੰਕਿੰਗ? ਲੈਟਰਲ ਥਿੰਕਿੰਗ ਕੀ ਹੈ? ਲੈਟਰਲ ਥਿੰਕਿੰਗ ਇਜ਼ ਕ੍ਰੀਏਟਿਵ ਔਰ ਨॉन ਲੀਨੀਅਰ ਥਿੰਕਿੰਗ। ਲੈਟਰਲ ਥਿੰਕਿੰਗ ਰਚਨਾਤਮਕ ਸੋਚ ਹੈ ਜਾਂ ਲਕੀਰ ਤੋਂ ਹਟ ਕੇ ਵਾਲੀ ਸੋਚ ਹੈ। ਇਟ ਇਜ਼ ਥਿੰਕਿੰਗ ਡਿਫਰੈਂਟਲੀ, ਇਹ ਵੱਖਰਾ ਸੋਚਣਾ ਹੈ। ਔਰ ਡੂਇੰਗ ਸਮਥਿੰਗ ਡਿਫਰੈਂਟ, ਜਾਂ ਫਿਰ ਕੁਝ ਵੱਖਰਾ ਕਰਨਾ ਹੈ। ਡੂਇੰਗ ਸਮਥਿੰਗ ਦੈਟ ਮਾਈਟ ਬੀ ਕੁਆਇਟ ਨੋਵਲ, ਕੁਝ ਅਜਿਹਾ ਕਰਨਾ ਜਿਹੜਾ ਨਵਾਂ ਹੋਵੇ। ਐਂਡ ਅਨਕਨਵੈਨਸ਼ਨਲ ਇਨ ਨੇਚਰ, ਤੇ ਜਿਹੜਾ ਆਪਾਂ ਇਹ ਕੁਝ ਨਵਾਂ ਕਰਨਾ ਉਹਦਾ ਸੁਭਾਅ ਜਾਂ ਉਹਦਾ ਰੂਪ ਉਹ ਗੈਰ ਪਰੰਪਰਾਗਤ ਰੂਪ ਦੇ ਵਿੱਚ ਹੋਵੇ। ਪਿਆਰੇ ਵਿਦਿਆਰਥੀਓ, ਇਸੇ ਚੈਪਟਰ ਦੇ ਵਿੱਚ ਇੱਕ ਹੋਰ ਕਹਾਣੀ ਵੀ ਸਾਨੂੰ ਪੜ੍ਹਨ ਨੂੰ ਮਿਲਦੀ ਹੈ। ਉਹ ਕਹਾਣੀ ਹੈਗੀ ਹੈ ਥੋਮਸ ਨਾਂ ਦੇ ਇੱਕ ਬਹੁਤ ਹੀ ਅਮੀਰ ਵਿਅਕਤੀ ਦੀ। ਹੋਇਆ ਕਿ ਇੱਕ ਵਾਰ ਇਸ ਅਮੀਰ ਵਿਅਕਤੀ ਨੇ ਕਿਤੇ ਵਿਦੇਸ਼ ਜਾਣਾ ਸੀ, ਤੇ ਇਹਨੇ ਕੀ ਕੀਤਾ, ਨਿਊਯਾਰਕ ਸਿਟੀ ਦੇ ਬਿਲਕੁਲ ਵਿਚਕਾਰ ਇੱਕ ਬੈਂਕ ਦੇ ਕੋਲ ਪਹੁੰਚ ਕੀਤੀ ਤੇ ਲੋਨ ਅਫੀਸਰ ਨੂੰ ਕਹਿਣ ਲੱਗਿਆ ਕਿ ਮੈਨੂੰ ਲੋਨ ਚਾਹੀਦਾ। ਤਾਂ ਲੋਨ ਅਫੀਸਰ ਨੇ ਕਿਹਾ ਵੀ ਕਿੰਨਾ ਚਾਹੀਦਾ? ਕਹਿੰਦਾ ਜੀ $5000 ਦਾ ਲੋਨ ਚਾਹੀਦਾ। ਉਹ ਕਹਿੰਦੇ ਵੀ ਚਲੋ ਲੋਨ ਦੇ ਦੇਂਗੇ ਤੁਹਾਨੂੰ, ਗਹਿਣੇ ਕੀ ਰੱਖੋਗੇ? ਤਾਂ ਉਸ ਥੋਮਸ ਨਾਂ ਦੇ ਵਿਅਕਤੀ ਨੇ ਇਸ਼ਾਰਾ ਕੀਤਾ ਖਿੜਕੀ ਵਿੱਚ ਦੀ ਵੀ ਉਹ ਮੇਰੀ ਫਰਾਰੀ ਕਾਰ ਖੜੀ ਹੈ। ਤਾਂ ਬੈਂਕ ਵਾਲੇ ਜਿਹੜੇ ਹੈਗੇ ਆ ਉਹਨਾਂ ਨੇ ਸੋਚਿਆ ਵੀ ਲੋਨ ਤਾਂ $5000 ਦਾ ਹੀ ਹੈ ਤੇ ਫਰਾਰੀ ਕਾਰ ਜਿਹੜੀ ਹੈਗੀ ਹੈ ਰੱਖ ਰਿਹਾ, ਤੇ ਵੀ ਕੋਈ ਮਾੜਾ ਸੌਦਾ ਨਹੀਂ ਹੈਗਾ। ਉਹਨਾਂ ਨੇ ਕਾਗਜ਼ਾਤ ਚੈੱਕ ਕੀਤੇ ਤੇ $5000 ਦਾ ਉਹਨਾਂ ਨੂੰ ਕਰਜ਼ਾ ਦੇ ਦਿੱਤਾ। ਤਾਂ ਹੋਇਆ ਕਿ ਜਿਵੇਂ ਬੈਂਕ ਮੁਲਾਜ਼ਮ ਕਰਦੇ ਆ, ਉਹਨਾਂ ਨੇ ਉਸ ਵਿਅਕਤੀ ਦੇ ਜਾਣ ਤੋਂ ਬਾਅਦ ਉਹਦੀ ਘੋਖ ਪੜਤਾਲ ਕੀਤੀ, ਉਹਦੀ ਬੈਕਗ੍ਰਾਉਂਡ ਚੈੱਕ ਕੀਤੀ, ਤੇ ਉਹਨਾਂ ਨੂੰ ਕੁਝ ਗੱਲਾਂ ਹੈਰਾਨੀਜਨਕ ਪਤਾ ਲੱਗੀਆਂ ਥੋਮਸ ਬਾਰੇ। ਉਹ ਥੋੜੇ ਜਿਹਾ ਪਰੇਸ਼ਾਨ ਵੀ ਹੋਏ ਤੇ ਹੈਰਾਨ ਵੀ ਹੋਏ। ਉਹਨਾਂ ਨੂੰ ਕਿਹੜੀਆਂ ਗੱਲਾਂ ਦਾ ਪਤਾ ਲੱਗਿਆ ਤੇ ਕਿਵੇਂ ਉਹਨਾਂ ਨੇ ਥੋਮਸ ਨੂੰ ਪ੍ਰਸ਼ਨ ਕੀਤੇ ਤੇ ਕੀ ਥੋਮਸ ਨੇ ਉੱਤਰ ਦਿੱਤਾ, ਇਹ ਸਾਰਾ ਕੁਝ ਆਪਾਂ ਟੈਕਸਟ ਦੇ ਵਿੱਚੋਂ ਪੜ੍ਹ ਕੇ ਜਾਣਦੇ ਹਾਂ। ਆਜੋ। ਐਨੀਵੇ 2 weeks went by and sure enough the bank opened Monday morning to see Thomas stroll in and slap the $5,000 he had borrowed back on the counter plus the interest which was around $15.
ਜਦੋਂ 2 ਹਫ਼ਤੇ ਗੁਜ਼ਰਦੇ ਨੇ ਤੇ ਇੱਕ ਸੋਮਵਾਰ ਜਦੋਂ ਬੈਂਕ ਖੁੱਲਦਾ ਹੈ, ਥਾਮਸ ਅੰਦਰ ਆਉਂਦਾ ਹੈ ਤੇ ਉਸਨੇ ਜਿਹੜਾ $5000 ਦਾ ਕਰਜ਼ਾ ਲਿਆ ਹੁੰਦਾ ਹੈ ਉਹ ਕਾਊਂਟਰ ਤੇ ਦੇ ਦਿੰਦਾ ਹੈ ਤੇ ਨਾਲ ਦੀ ਨਾਲ ਵਿਆਜ ਦੇ ਰੂਪ ਦੇ ਵਿੱਚ $15 ਵੀ ਦੇ ਦਿੰਦਾ ਹੈ। The loan officer asked for the car to be brought round to the front of the bank and then asked Thomas a question. Loan officer ਕਾਰ ਨੂੰ ਬੈਂਕ ਦੇ ਸਾਹਮਣੇ ਲਿਆਉਣ ਵਾਸਤੇ ਕਹਿੰਦਾ ਹੈ ਤੇ ਨਾਲ ਹੀ ਪ੍ਰਸ਼ਨ ਕਰਦਾ ਹੈ ਥਾਮਸ ਨੂੰ, Our bank prides itself in details and customer services. ਸਾਡੇ ਬੈਂਕ ਨੂੰ ਬੜਾ ਮਾਣ ਹੈ ਕਿ ਅਸੀਂ ਗਾਹਕਾਂ ਨੂੰ ਬਹੁਤ ਵਧੀਆ ਸੇਵਾਵਾਂ ਦਿੰਦੇ ਹਾਂ। He said, ਉਸਨੇ ਕਿਹਾ, And while you were away, we did a background check. It's routine. And discovered you are actually one of the wealthiest men in America. ਜਦੋਂ ਤੁਸੀਂ ਬਾਹਰ ਗਏ ਹੋਏ ਸੀ ਉਦੋਂ ਅਸੀਂ ਤੁਹਾਡਾ ਪਿਛੋਕੜ ਚੈੱਕ ਕੀਤਾ। ਇਹ ਸਾਡਾ ਰੋਜ਼ਾਨਾ ਦਾ ਕੰਮ ਹੈ ਤੇ ਅਸੀਂ ਇਹ ਪੜਤਾਲ ਕੀਤੀ, ਇਹ ਪਾਇਆ ਕਿ ਤੁਸੀਂ ਅਮਰੀਕਾ ਦੇ ਵਿੱਚੋਂ ਅਮੀਰ ਵਿਅਕਤੀਆਂ ਦੇ ਵਿੱਚੋਂ ਇੱਕ ਹੋ। Why on earth would you need to borrow $5,000? It just doesn't make sense. ਤੁਸੀਂ $5,000 ਉਧਾਰੇ ਕਿਉਂ ਲਏ? ਇਹ ਗੱਲ ਸਮਝ ਨਹੀਂ ਆਉਂਦੀ। Thomas smiled, picked up the keys from the counter and said, Thomas ਮੁਸਕਰਾਇਆ ਤੇ ਉਸਨੇ ਕਾਊਂਟਰ ਤੋਂ ਚਾਬੀਆਂ ਲਈਆਂ ਤੇ ਉਸਨੇ ਕਿਹਾ, Can you tell me another way I could have parked my new Ferrari in the middle of New York for 2 weeks for just $15 and still expect to get it back in top condition? ਕੀ ਤੁਸੀਂ ਮੈਨੂੰ ਕੋਈ ਹੋਰ ਰਾਹ ਦੱਸ ਸਕਦੇ ਹੋ ਜਿਸ ਨਾਲ ਮੈਂ ਆਪਦੀ ਨਵੀਂ ਫਰਾਰੀ ਕਾਰ ਨਿਊਯਾਰਕ ਦੇ ਅੱਧ ਦੇ ਵਿੱਚ 2 ਹਫ਼ਤਿਆਂ ਵਾਸਤੇ ਖੜੀ ਕਰ ਸਕਾਂ ਤੇ ਮੈਨੂੰ ਸਿਰਫ $15 ਹੀ ਦੇਣੇ ਪੈਣ ਤੇ ਨਾਲ ਹੀ ਮੈਂ ਇਹ ਵੀ ਉਮੀਦ ਕਰਾਂ ਕਿ ਜਦੋਂ ਮੈਂ ਕਾਰ ਵਾਪਸ ਲਵਾਂ ਤੇ ਮੈਨੂੰ ਵਧੀਆ ਹਾਲਤ ਵਿੱਚ ਮਿਲੇ। With that, Thomas walked out of the door and the loan officer smiled a bigger smile. Thomas ਦਰਵਾਜ਼ੇ ਤੋਂ ਬਾਹਰ ਆ ਗਿਆ ਤੇ ਲੋਨ ਅਫੀਸਰ ਮੁਸਕਰਾਇਆ ਇੱਕ ਵੱਡੀ ਮੁਸਕਰਾਹਟ ਦੇ ਨਾਲ। ਪਿਆਰੇ ਵਿਦਿਆਰਥੀਓ, ਇਸੇ ਤਰ੍ਹਾਂ ਹੀ ਥਿੰਕਿੰਗ ਆਊਟ ਆਫ ਅ ਬਾਕਸ ਜਾਂ ਲੇਟਰਲ ਥਿੰਕਿੰਗ ਦਾ ਇਸਤੇਮਾਲ ਅਸੀਂ ਆਪਣੇ ਆਸੇ-ਪਾਸੇ ਦੇਖ ਸਕਦੇ ਹਾਂ। ਇੱਕ ਕ੍ਰਿਕਟਰ ਹੋਏ ਨੇ ਕੈਰੀ ਪੈਕਰ ਜੀ, ਉਹਨਾਂ ਨੇ ਪਹਿਲੀ ਵਾਰੀ ਰੰਗਦਾਰ ਗੇਂਦਾਂ ਤੇ ਰੰਗਦਾਰ ਖਿਡਾਰੀਆਂ ਦੀਆਂ ਪੋਸ਼ਾਕਾਂ ਦਾ ਇਸਤੇਮਾਲ ਕੀਤਾ ਸੀ ਤੇ ਡੇ ਐਂਡ ਨਾਈਟ ਮੈਚ ਵੀ ਜਿਹੜੇ ਹੈਗੇ ਉਹਨਾਂ ਨੇ ਪਹਿਲਾਂ ਇੰਟਰੋਡਿਊਸ ਕੀਤੇ ਹੈ ਤੇ ਅੱਜ ਸਾਰਾ ਸੰਸਾਰ ਉਹਨਾਂ ਮੁਤਾਬਕ ਚੱਲ ਰਿਹਾ ਹੈ। ਇਸੇ ਤਰ੍ਹਾਂ ਆਸਟ੍ਰੇਲੀਆ ਨੇ ਆਪਣੀ ਥਿੰਕਿੰਗ ਆਊਟ ਆਫ ਬਾਕਸ ਦਿਖਾਉਂਦੇ ਹੋਏ ਆਪਣੀ ਜਿਹੜੀ ਟੈਸਟ ਕ੍ਰਿਕਟ ਟੀਮ ਹੈ ਉਹਦੇ ਵਾਸਤੇ ਕਪਤਾਨ ਹੋਰ ਬਣਾਤਾ ਤੇ ਜਿਹੜੀ ਵਨਡੇ ਕ੍ਰਿਕਟ ਟੀਮ ਹੈ ਉਹਦੇ ਵਾਸਤੇ ਕਪਤਾਨ ਹੋਰ ਬਣਾਤਾ। ਤਾਂ ਕਿਸੇ ਵਿਅਕਤੀ ਨੇ T20 ਕ੍ਰਿਕਟ ਦਾ ਜਿਹੜਾ ਹੈਗਾ ਕਿਹਾ ਤੇ ਉਹਦੀ ਸ਼ੁਰੂਆਤ ਹੋ ਗਈ, ਉਹ ਆਪਾਂ ਸਾਰੇ ਹੁਣ ਵੇਖਦੇ ਹਾਂ। ਪਿਆਰੇ ਵਿਦਿਆਰਥੀਓ, ਇਹ ਤਾਂ ਕਿਤਾਬੀ ਗੱਲਾਂ ਹੈ। ਮੈਂ ਅਸਲ ਜ਼ਿੰਦਗੀ ਦੀ ਵੀ ਇੱਕ ਉਦਾਹਰਨ ਦਿੰਦਾ, ਕਿਉਂਕਿ ਕਰੋਨਾ ਕਰਕੇ ਅੱਜ ਸਾਰੇ ਦੇਸ਼ ਹੀ ਪਰੇਸ਼ਾਨ ਹੈ। ਆਪਣੇ ਹੀ ਦੇਸ਼ ਦਾ ਇੱਕ ਵਿਅਕਤੀ ਜਿਹੜਾ ਸਿਰਫ 2 ਜਮਾਤਾਂ ਹੀ ਪਾਸ ਹੈ, ਉਹਦਾ ਨਾਮ ਹੈ ਨਾਰੂ ਖਾਨ। ਉਹਨੇ ਇੱਕ ਇਹੋ ਜਿਹੀ ਮਸ਼ੀਨ ਬਣਾ ਦਿੱਤੀ ਜਿਸ ਦੇ ਗੇਟ ਵਿੱਚ ਦੀ ਜੇਕਰ ਵਿਅਕਤੀ ਗੁਜ਼ਰਦਾ ਹੈ ਤਾਂ ਸਿਰਫ 10 ਮਿੰਟਾਂ ਦੇ ਵਿੱਚ ਉਹ ਸੈਨੀਟਾਈਜ਼ ਹੋ ਜਾਂਦਾ ਹੈ। ਉਹਦੇ ਸਰੀਰ ਦੇ ਉੱਪਰਲੇ ਪਾਸੇ ਜਿੰਨੇ ਵੀ ਵਾਇਰਸਸ ਨੇ ਜਾਂ ਬੈਕਟੀਰੀਆ ਨੇ ਉਹ ਖਤਮ ਹੋ ਜਾਂਦੇ ਆ। ਡਾਕਟਰਾਂ ਨੇ ਵੀ ਬਹੁਤ ਤਾਰੀਫ ਕੀਤੀ ਹੈ ਤੇ ਹੁਣ ਤੁਸੀਂ ਹੈਰਾਨ ਹੋਵੋਗੇ, ਸਾਰੇ ਹੀ ਚਾਹੇ ਉਹ ਪੇਸ਼ੈਂਟ ਹੈ ਚਾਹੇ ਡਾਕਟਰ ਹੈ ਉਸ ਮਸ਼ੀਨ ਦੇ ਗੇਟ ਵਿੱਚ ਦੀ ਲੰਘ ਕੇ
ਫਿਰ ਹਸਪਤਾਲ 'ਚ ਜਾਂਦੇ ਆ, ਤੇ ਜਦੋਂ ਉਹ ਆਪਦੇ ਘਰ ਵਾਪਸ ਜਾਂਦੇ ਆ ਹਸਪਤਾਲ ਤੋਂ, ਉਦੋਂ ਵੀ ਸੈਨੀਟਾਈਜ਼ ਹੋ ਕੇ ਉਸੇ ਮਸ਼ੀਨ ਰਾਹੀਂ ਸੈਨੀਟਾਈਜ਼ ਹੋ ਕੇ ਘਰ ਵਾਪਸ ਜਾਂਦੇ ਆ। ਤਾਂ ਗੱਲ ਆਉਂਦੀ ਹੈ ਕਿ ਜ਼ਰੂਰੀ ਨਹੀਂ ਹੈਗਾ ਕਿ ਅਸੀਂ ਬਹੁਤ ਜ਼ਿਆਦਾ ਪੜ੍ਹੇ ਹੋਈਏ, ਸਾਡੀ ਸੋਚ ਦੂਜਿਆਂ ਤੋਂ ਥੋੜੀ ਜਿਹੀ ਵੱਖਰੀ ਹੋਣੀ ਚਾਹੀਦੀ। ਪੜ੍ਹਾਈ ਲਿਖਾਈ ਮਾਇਨਾ ਨਹੀਂ ਰੱਖਦੀ, ਸੋਚ ਮਾਇਨਾ ਰੱਖਦੀ ਹੈ ਕਿ ਸਾਡੀ ਸੋਚ ਸਮਝ ਸਾਨੂੰ ਕਿੰਨੀ ਕੁ ਹੈਗੀ ਹੈ, ਕੀ ਅਸੀਂ ਦੁਨੀਆ ਤੇ ਕੁਝ ਵੱਖਰਾ ਕਰ ਸਕਦੇ। ਹੁਣ ਗੱਲ ਆਉਂਦੀ ਹੈ ਕਿ ਆਪਾਂ ਅੱਜ ਬਹੁਤ ਸਟੱਡੀ ਕੀਤਾ ਕਿ ਥਿੰਕਿੰਗ ਆਊਟ ਆਫ ਦ ਬਾਕਸ, ਲੇਟਰਲ ਥਿੰਕਿੰਗ। ਇਹ ਪਹਿਲੀ ਵਾਰੀ ਕਿਸ ਵਿਅਕਤੀ ਨੇ ਇਹ ਕਨਸੈਪਟ ਲਿਆਂਦਾ ਤੇ ਉਸ ਵਿਅਕਤੀ ਦਾ ਕਹਿਣਾ ਅਸਲ ਦੇ ਵਿੱਚ ਕੀ ਸੀ, ਉਹ ਆਪਾਂ ਇੱਕ ਟੈਕਸਟ ਦੇ ਪਹਿਰੇ ਰਾਹੀਂ ਸਮਝਦੇ ਹਾਂ। ਲੈਟਰਲ ਥਿੰਕਿੰਗ ਐਕਸਪਰਟ ਐਡਵਰਡ ਡੀ ਬੋਨੋ ਸੇਜ਼, with logic you start with certain ingredients, just as in chess you start out with given pieces. ਲੈਟਰਲ ਥਿੰਕਿੰਗ ਦੇ ਮਾਹਰ ਐਡਵਰਡ ਡੀ ਬੋਨੋ ਜੀ ਕਹਿੰਦੇ ਨੇ, ਤਰਕ ਦੇ ਨਾਲ ਤੁਸੀਂ ਕੁਝ ਜ਼ਰੂਰੀ ਵਸਤਾਂ ਦੇ ਨਾਲ ਸ਼ੁਰੂਆਤ ਕਰਦੇ ਹੋ, ਉਸੇ ਤਰ੍ਹਾਂ ਹੀ ਜਿਵੇਂ ਸ਼ਤਰੰਜ ਦੇ ਵਿੱਚ ਤੁਹਾਨੂੰ ਕੁਝ ਮੋਹਰੇ ਜਾਂ ਟੁਕੜੇ ਦਿੱਤੇ ਜਾਂਦੇ ਹਨ। ਬਟ what are those pieces? ਪਰ ਉਹ ਮੋਹਰੇ ਜਾਂ ਉਹ ਟੁਕੜੇ ਕੀ ਹਨ? In most real life situations, the pieces are not given. Just assume they are there. ਜ਼ਿੰਦਗੀ ਦੀਆਂ ਵਾਸਤਵਿਕ ਸਥਿਤੀਆਂ ਦੇ ਵਿੱਚ ਇਹ ਮੋਹਰੇ ਜਾਂ ਇਹ ਟੁਕੜੇ ਨਹੀਂ ਦਿੱਤੇ ਜਾਂਦੇ, ਸਿਰਫ ਮੰਨ ਲਿਆ ਜਾਂਦਾ ਹੈ ਕਿ ਇਹ ਉੱਥੇ ਹਨ। We assume certain perception, concepts and boundaries. ਅਸੀਂ ਕੁਝ ਜ਼ਰੂਰੀ ਧਾਰਨਾਵਾਂ, ਸੰਕਲਪ ਤੇ ਹੱਦਾਂ ਨੂੰ ਮੰਨ ਲੈਂਦੇ ਹਾਂ। One is always confusing conditioned thinking with creative thinking. ਹਰ ਇੱਕ conditioned thinking ਤੇ creative thinking ਦੇ ਵਿੱਚ ਉਲਝ ਜਾਂਦਾ ਹੈ। De Bono explains that lateral thinking is concerned not with playing with the existing pieces, but with seeking to change those very pieces. ਡੀ ਬੋਨੋ ਇਸ ਗੱਲ ਦਾ ਵਰਣਨ ਕਰਦੇ ਨੇ ਕਿ ਲੈਟਰਲ ਜਿਹੜੀ ਥਿੰਕਿੰਗ ਹੈ ਉਹਦਾ ਸੰਬੰਧ ਪਹਿਲਾਂ ਤੋਂ ਹੀ ਦਿੱਤੇ ਗਏ ਟੁਕੜਿਆਂ ਜਾਂ ਮੋਹਰਿਆਂ ਨਾਲ ਖੇਡਣਾ ਨਹੀਂ ਹੈ, ਬਲਕਿ ਉਹ ਦਿੱਤੇ ਹੋਏ ਜਿਹੜੇ ਮੋਹਰੇ ਨੇ ਉਹਨਾਂ ਨੂੰ ਬਦਲ ਦੇਣ ਨਾਲ ਹੈ। ਇਟ ਇਜ਼ ਕੰਸਰਨਡ ਵਿਦ ਦ ਪਰਸੈਪਸ਼ਨ ਪਾਰਟ ਆਫ ਥਿੰਕਿੰਗ। ਲੈਟਰਲ ਥਿੰਕਿੰਗ ਦਾ ਸੰਬੰਧ ਤਾਂ ਸੋਚ ਦੇ ਧਾਰਨਾ ਵਾਲੇ ਪੱਖ ਨਾਲ ਹੈ। ਪਿਆਰੇ ਵਿਦਿਆਰਥੀਓ, ਲੈਟਰਲ ਥਿੰਕਿੰਗ ਜਾਂ ਥਿੰਕਿੰਗ ਆਊਟ ਆਫ ਦਾ ਬਾਕਸ ਦਾ ਜਿਹੜਾ ਕਨਸੈਪਟ ਹੈ, ਇਹ ਕਨਸੈਪਟ ਜਾਂ ਇਹ ਧਾਰਨਾ ਸੰਸਾਰ ਨੂੰ ਦੇਣ ਵਾਲੇ ਵਿਅਕਤੀ ਦਾ ਨਾਮ ਐਡਵਰਡ ਡੀ ਬੋਨੋ ਸੀ। ਇਹ ਆਕਸਫੋਰਡ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਸਨ। ਇਹਨਾਂ ਨੇ ਸਾਈਕੋਲੋਜੀ ਵਿਸ਼ੇ ਦੇ ਵਿੱਚ PhD ਕੀਤੀ ਸੀ ਤੇ 40 ਦੇ ਲਗਭਗ ਕਿਤਾਬਾਂ ਲਿਖੀਆਂ ਸਨ। ਪਿਆਰੇ ਵਿਦਿਆਰਥੀਓ, ਜ਼ਿੰਦਗੀ ਨਾਲ ਸੰਬੰਧਿਤ ਇੱਕ ਹੋਰ ਵੀਡੀਓ ਆਪਾਂ ਦੇਖਾਂਗੇ, ਪਰ ਵੀਡੀਓ ਦੇਖਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਇੰਪੋਰਟੈਂਟ ਕੁਐਸਚਨ ਜਿਹੜਾ ਹੈਗਾ ਉਹ ਦੱਸਣਾ ਚਾਹਣਾ। ਸਟੂਡੈਂਟਸ, the second important question of the chapter is write a note on the theme of the chapter thinking out of the box, lateral thinking. Dear students, all the discussion of today is related to the theme of the chapter. Dear students, we should not study only for the purpose of getting good marks. We should take lessons for the life from our study. YouTube ਦੇ ਸਰਚ ਬਾਰ ਦੇ ਵਿੱਚ
ਆਪਾਂ ਦਿਨੇਸ਼ ਐਜੂਕੇਸ਼ਨ ਐਂਡ ਸਪੋਰਟਸ ਲਿਖਣਾ ਹੈ। ਸਾਡੇ ਕੋਲੋਂ ਇੱਕ ਨਵਾਂ ਪੇਜ ਆ ਜਾਏਗਾ, ਉਹਦੇ ਉੱਪਰਲੇ ਪਾਸੇ ਲਿਖਿਆ ਹੋਇਆ ਹੈ ਦਿਨੇਸ਼ ਐਜੂਕੇਸ਼ਨ ਐਂਡ ਸਪੋਰਟਸ, ਤੇ ਹੇਠਾਂ ਆਪਸ਼ਨ ਦਿੱਤੀ ਹੈ ਸਬਸਕ੍ਰਾਈਬ ਦੀ। ਤੁਸੀਂ ਡਾਇਰੈਕਟ ਇੱਥੋਂ ਵੀ ਸਬਸਕ੍ਰਾਈਬ ਕਰ ਸਕਦੇ ਹੋ। ਜੇਕਰ ਕੋਈ ਵੀਡੀਓ ਦੇਖ ਰਹੇ ਹੋ, ਜਿਵੇਂ ਕਿ ਆਪਾਂ ਚੈਨਲ ਖੋਲ ਲਿਆ ਤੇ ਆਪਾਂ ਕੋਈ ਵੀਡੀਓ ਦੇਖ ਰਹੇ ਹਾਂ, ਤਾਂ ਜਦੋਂ ਵੀਡੀਓ ਚੱਲੇਗੀ ਸਾਡੇ ਕੋਲ ਕੁਝ ਆਪਸ਼ਨਸ ਆਉਣਗੀਆਂ। ਤਾਂ ਸਾਡੇ ਕੋਲ ਆਪਸ਼ਨਸ ਆ ਗਈਆਂ, ਇੱਥੇ ਜਿੱਥੇ ਫੋਟੋ ਲੱਗੀ ਹੈ ਹੇਠਾਂ ਦਿਨੇਸ਼ ਐਜੂਕੇਸ਼ਨ ਐਂਡ ਸਪੋਰਟਸ ਲਿਖਿਆ ਹੋਇਆ ਹੈ, ਇਹਦੇ ਨਾਲ ਆ ਸਬਸਕ੍ਰਾਈਬ ਦਾ ਬਟਨ ਹੈ, ਤੁਸੀਂ ਸਬਸਕ੍ਰਾਈਬ ਦਾ ਬਟਨ ਨੱਪ ਲੈਣਾ ਇਸ ਨੂੰ, ਤੇ ਤੁਹਾਡੇ ਕੋਲ 3 ਆਪਸ਼ਨਸ ਆਉਣਗੀਆਂ। ਜਦੋਂ ਇਸ ਨੂੰ ਆਪਾਂ ਨੱਪਾਂਗੇ ਤਾਂ 3 ਆਪਸ਼ਨਸ ਆਉਣਗੀਆਂ, ਉਹਦੇ ਉੱਪਰ ਲਿਖਿਆ ਹੋਇਆ ਆਲ, ਤਾਂ ਆਲ ਦੀ ਆਪਸ਼ਨ ਜਿਹੜੀ ਹੈ ਉਹ ਤੁਸੀਂ ਜ਼ਰੂਰ ਪ੍ਰੈਸ ਕਰ ਦੇਣੀ ਹੈ, ਤਾਂ ਕਿ ਤੁਹਾਨੂੰ ਹਰ ਨਵੀਂ ਵੀਡੀਓ ਦਾ ਸੁਨੇਹਾ ਲੱਗ ਜਾਇਆ ਕਰੇ। ਸਬਸਕ੍ਰਾਈਬ ਕਰਨ ਲਈ ਤੇ ਵੀਡੀਓਜ਼ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।